ਧੰਨਵਾਦ ਕਰਦੇ ਹਾਂ ਉਸ ਅਦੁੱਤੀ ਤੇ ਮਹਾਨ ਪਰਮੇਸ਼ਵਰ ਦਾ, ਜੋ ਆਪਣੇ ਦਰਸ਼ਨਾਂ ਦੇ ਦੁਆਰਾ ਤੇ ਆਪਣੇ ਪਵਿੱਤਰ ਵਚਨ ਦੇ ਪ੍ਰਕਾਸ਼ ਦੇ ਦੁਆਰਾ ਆਪਣੇ ਲੋਕਾਂ ਨੂੰ ਸਿੱਧ ਕਰਦਾ ਹੈ। ਅੱਜ ਅਸੀਂ ਗੱਲ ਕਰਾਂਗੇ ਅਸਲੀ ਦਰਸ਼ਨ ਵਿੱਚ ਕੀ ਹੁੰਦਾ ਹੈ। ਜਿਸ ਵਕਤ ਪਰਮੇਸ਼ਵਰ ਨੇ ਮੂਸਾ ਨੂੰ ਬਲਦੀ ਝਾੜੀ ਵਿੱਚ ਦਰਸ਼ਨ ਦਿੱਤਾ ਤਾਂ ਮੂਸਾ ਨੇ ਬਹਾਨੇ ਲਗਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਬਹਾਨਿਆਂ ਦੇ ਵਿੱਚੋਂ ਇੱਕ ਬਹਾਨਾ ਅੱਜ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ। ਪਰਮੇਸ਼ਵਰ ਨੂੰ ਮੂਸਾ ਨੇ ਆਖਿਆ, ਜਿਸ ਵਕਤ ਮੈਂ ਮਿਸਰ ਦੇ ਵਿੱਚ ਜਾਵਾਂਗਾ ਉਹ ਲੋਕ ਮੇਰੇ 'ਤੇ ਪ੍ਰਤੀਤ ਨਹੀਂ ਕਰਨਗੇ। ਇਸ ਤਰ੍ਹਾਂ ਕੂਚ ਚੌਥੇ ਅਧਿਆਏ ਦੀ ਸ਼ੁਰੂਆਤ ਦੇ ਵਿੱਚ ਗੱਲ ਹੁੰਦੀ ਹੈ। ਮੂਸਾ ਦੇ ਬਹਾਨੇ ਨੂੰ ਦੂਰ ਕਰਨ ਦੇ ਲਈ ਪਰਮੇਸ਼ਵਰ ਨੇ 3 ਨਿਸ਼ਾਨ ਦਿਖਾਏ। ਇਹ 3 ਨਿਸ਼ਾਨ ਅਸੀਂ ਕੂਚ ਚੌਥੇ ਅਧਿਆਏ ਦੇ 1 ਵਚਨ ਤੋਂ 9 ਵਚਨ ਤੱਕ ਪੜ੍ਹ ਸਕਦੇ ਹਾਂ। ਪਹਿਲਾ ਨਿਸ਼ਾਨ, ਪਰਮੇਸ਼ਵਰ ਨੇ ਮੂਸਾ ਨੂੰ ਆਖਿਆ, ਤੇਰੇ ਹੱਥ ਵਿੱਚ ਕੀ ਹੈ? ਮੂਸਾ ਨੇ ਆਖਿਆ, ਮੇਰੇ ਹੱਥ ਵਿੱਚ ਟਾਂਗਾ ਹੈ। ਪਰਮੇਸ਼ਵਰ ਨੇ ਮੂਸਾ ਨੂੰ ਆਖਿਆ, ਇਸ ਟਾਂਗੇ ਨੂੰ ਧਰਤੀ ਉੱਤੇ ਸੁੱਟ ਦੇ। ਜਿਸ ਵਕਤ ਮੂਸਾ ਨੇ ਟਾਂਗੇ ਨੂੰ ਧਰਤੀ ਉੱਤੇ ਸੁੱਟ ਦਿੱਤਾ ਤਾਂ ਉਹ ਸੱਪ ਬਣ ਗਿਆ। ਹੁਣ ਅਸੀਂ ਵੇਖਦੇ ਹਾਂ ਕਿ ਟਾਂਗਾ ਸੱਪ ਹੀ ਕਿਉਂ ਬਣਿਆ, ਹੋਰ ਕੋਈ ਪਰਿੰਦਾ ਜਾਂ ਜਾਨਵਰ ਕਿਉਂ ਨਹੀਂ ਬਣਿਆ। ਪਰਮੇਸ਼ਵਰ ਇਸ ਦਰਸ਼ਨ ਤੇ ਨਿਸ਼ਾਨ ਦੇ ਦੁਆਰਾ ਪ੍ਰਗਟ ਕਰਨਾ ਚਾਹੁੰਦੇ ਸਨ ਕਿ ਸੰਸਾਰ ਨੂੰ ਖਤਰੇ ਵਿੱਚ ਪਾਉਣ ਵਾਲਾ ਸਿਰਫ ਸ਼ੈਤਾਨ ਹੈ, ਜਿਸ ਨੇ ਅਦਨ ਬਾਗ ਦੇ ਵਿੱਚ ਵੀ ਹਵਾ ਨੂੰ ਭਰਮਾਇਆ ਸੀ, ਉਹ ਵੀ ਸੱਪ ਦੇ ਰੂਪ ਦੇ ਵਿੱਚ। ਫਿਰ ਪਰਮੇਸ਼ਵਰ ਨੇ ਮੂਸਾ ਨੂੰ ਆਖਿਆ, ਇਸ ਸੱਪ ਨੂੰ ਪੂਛ ਤੋਂ ਫੜ ਲੈ। ਜਾਣਕਾਰ ਦੱਸਦੇ ਹਨ ਕਿ ਸੱਪ ਨੂੰ ਪੂਛ ਤੋਂ ਫੜਨਾ ਬਹੁਤ ਖਤਰਨਾਕ ਹੈ, ਪਰ ਪਰਮੇਸ਼ਵਰ ਨੇ ਮੂਸਾ ਨੂੰ ਖਤਰਨਾਕ ਕੰਮ ਕਰਨ ਦੇ ਲਈ ਕਿਉਂ ਕਿਹਾ? ਪਰਮੇਸ਼ਵਰ ਆਪਣੇ ਵਿਜ਼ਨ ਤੇ ਨਿਸ਼ਾਨ ਦੁਆਰਾ ਸਪਸ਼ਟ ਕਰਨਾ ਚਾਹੁੰਦੇ ਸਨ ਕਿ ਮੂਸਾ ਨੂੰ ਦਰਸ਼ਨ ਤੋਂ ਬਾਅਦ ਪਰਮੇਸ਼ਵਰ ਸ਼ੈਤਾਨ ਦੇ ਉੱਤੇ ਪੂਰਾ ਅਧਿਕਾਰ ਦੇ ਰਹੇ ਹਨ। ਹੁਣ ਅਸੀਂ ਨਵੇਂ ਨੇਮ ਦੀ ਕਲੀਸਿਆ ਦੀ ਗੱਲ ਕਰਦੇ ਹਾਂ। ਨਵੇਂ ਨੇਮ ਦੀ ਕਲੀਸਿਆ ਦੇ ਜ਼ਮਾਨੇ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕੀ ਆਖਿਆ? ਲੂਕਾ 10:19 ਵਿੱਚ ਅਸੀਂ ਪੜ੍ਹਦੇ ਹਾਂ, ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਠੂੰਹਿਆਂ ਦੇ ਲਤਾੜਨ ਦਾ ਔਰ ਵੈਰੀ ਦੀ ਸਾਰੀ ਸ਼ਕਤੀ ਉੱਤੇ ਅਖਤਿਆਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ। ਅਰਥ ਸਪਸ਼ਟ ਹੈ, ਪ੍ਰਭੂ ਯਿਸੂ ਮਸੀਹ ਨੇ ਤੁਹਾਨੂੰ ਔਰ ਮੈਨੂੰ ਸ਼ੈਤਾਨ ਦੀ ਸਾਰੀ ਸ਼ਕਤੀ ਉੱਤੇ ਅਧਿਕਾਰ ਦਿੱਤਾ ਹੋਇਆ ਹੈ। ਜਿਸ ਦਿਨ ਇਸ ਦਰਸ਼ਨ ਨੂੰ ਮੇਰਾ ਮਜ਼ਬੂਤ ਪਰਿਵਾਰ ਕਿਤਾਬ ਨੂੰ ਸੇਵਕਾਂ ਦੇ ਵਿੱਚ ਰਿਲੀਜ਼ ਕੀਤਾ ਗਿਆ, ਉਸ ਦਿਨ ਸੇਵਕਾਂ ਨੂੰ ਇੱਕ ਨਾਅਰਾ ਦਿੱਤਾ ਗਿਆ। ਉਹ ਨਾਅਰਾ ਇਸ ਤਰ੍ਹਾਂ ਹੈ, ਜਾਤ ਹੈ ਸਾਡੀ ਪਰਮੇਸ਼ਵਰ ਦੇ ਬੱਚੇ, ਚਰਚ ਲਗਾਵਾਂਗੇ ਅੱਡੋ ਅੱਡੀ ਤੇ ਸ਼ੈਤਾਨ ਭਜਾਵਾਂਗੇ ਇਕੱਠੇ। ਅਜ਼ੀਜ਼ੋ, ਸ਼ੈਤਾਨ ਭਜਾਉਣ ਦਾ ਅਧਿਕਾਰ ਸਾਰੇ ਸੇਵਕਾਂ ਨੂੰ ਦਿੱਤਾ ਗਿਆ ਹੈ, ਮਗਰ ਇਸ ਕੰਮ ਨੂੰ ਮਿਲ ਕੇ ਤੇ ਇਕੱਠੇ ਹੋ ਕੇ ਕਰਨਾ ਹੈ। ਫਿਰ ਪਰਮੇਸ਼ਵਰ ਨੇ ਮੂਸਾ ਨੂੰ ਸੱਪ ਨੂੰ ਪੂਛ ਤੋਂ ਹੀ ਫੜਨ ਨੂੰ ਕਿਉਂ ਆਖਿਆ ਸੀ? ਪਵਿੱਤਰ ਬਾਈਬਲ ਦੇ ਵਿੱਚ ਪੂਛ ਦਾ ਖਾਸ ਅਰਥ ਲਿਖਿਆ ਗਿਆ ਹੈ। ਯਸ਼ਾਇਆ 9:15 ਵਿੱਚ ਇਸ ਤਰ੍ਹਾਂ ਬਿਆਨ ਹੈ, ਬਜ਼ੁਰਗ ਅਤੇ ਪਤਵੰਤ ਉਹ ਸਿਰ ਹਨ ਅਤੇ ਨਬੀ ਜਿਹੜਾ ਝੂਠ ਸਿਖਾਉਂਦਾ ਹੈ ਉਹ ਪੂਛ ਹੈ। ਸੋ ਮੇਰਾ ਮਜ਼ਬੂਤ ਪਰਿਵਾਰ ਕਿਤਾਬ ਵਿੱਚ ਬਜ਼ੁਰਗਾਂ ਦੀ ਸਿੱਖਿਆ ਲਈ ਖਾਸ ਵਚਨਾਂ ਨੂੰ ਸਥਾਨ ਹੈ। ਫਿਰ ਟੁੱਟੇ ਪਰਿਵਾਰਾਂ ਨੂੰ ਦਿਲਾਸਾ ਦੇਣ ਦੇ ਲਈ ਅਤੇ ਜੋੜਨ ਦੇ ਲਈ
ਖਾਸ ਵਚਨ ਰੱਖੇ ਗਏ ਹਨ। ਇਹ ਪਰਮੇਸ਼ਵਰ ਦੀ ਮਰਜ਼ੀ ਹੈ ਜੋ ਇੱਕ ਦਰਸ਼ਨ ਦੇ ਵਿੱਚ ਸੇਵਕਾਂ ਦੇ ਸਾਹਮਣੇ ਪੇਸ਼ ਕੀਤੀ ਗਈ ਹੈ। ਦੂਜਾ ਨਿਸ਼ਾਨ ਕੂਚ 4:6 ਵਿੱਚ ਲਿਖਿਆ ਹੋਇਆ ਹੈ, ਪਰਮੇਸ਼ਵਰ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਹਿੱਕ ਉੱਤੇ ਰੱਖ। ਜਿਸ ਵਕਤ ਮੂਸਾ ਨੇ ਰੱਖਿਆ ਤਾਂ ਉਹ ਹੱਥ ਬਰਫ਼ ਵਰਗਾ ਚਿੱਟਾ ਹੋ ਕੇ ਕੋੜੀ ਹੋ ਗਿਆ। ਫਿਰ ਪਰਮੇਸ਼ਵਰ ਨੇ ਆਖਿਆ ਕਿ ਦੁਬਾਰਾ ਹਿੱਕ ਉੱਤੇ ਹੱਥ ਰੱਖ, ਤਾਂ ਉਹ ਕੋੜ ਸਾਫ਼ ਹੋ ਗਿਆ। ਹੁਣ ਅਸੀਂ ਸੋਚਣਾ ਹੈ ਕਿ ਕੋੜ ਦਾ ਹੀ ਨਿਸ਼ਾਨ ਕਿਉਂ ਪਰਮੇਸ਼ਵਰ ਨੇ ਦਿਖਾਇਆ, ਜਦ ਕਿ ਉਸ ਸਮੇਂ ਹੋਰ ਵੀ ਬਹੁਤ ਸਾਰੀਆਂ ਭਿਅੰਕਰ ਬਿਮਾਰੀਆਂ ਸਨ। ਉਹ ਕਿਉਂ ਨਹੀਂ ਪਰਮੇਸ਼ਵਰ ਨੇ ਵਿਖਾਈਆਂ। ਪਰਮੇਸ਼ਵਰ ਦੇ ਲੋਕੋ, ਇਸ ਦਾ ਅਰਥ ਜਾਣਨ ਦੇ ਲਈ ਦੂਸਰਾ ਰਾਜਾ 5ਵਾਂ ਅਧਿਆਏ ਸਾਰਾ ਪੜ੍ਹਨਾ ਚਾਹੀਦਾ ਹੈ। ਸਮੇਂ ਨੂੰ ਮੁੱਖ ਰੱਖਦੇ ਹੋਏ ਅਸੀਂ ਦੂਸਰਾ ਰਾਜਾ 5:27 ਪੜ੍ਹਾਂਗੇ। ਇਸ ਲਈ ਨਮਾਨ ਦਾ ਕੋੜ ਤੈਨੂੰ ਤੇ ਤੇਰੀ ਅੰਸ ਨੂੰ ਸਦਾ ਤੀਕ ਲੱਗਾ ਰਹੇਗਾ। ਉਹ ਬਰਫ਼ ਵਰਗਾ ਚਿੱਟਾ ਕੋੜੀ ਹੋ ਕੇ ਉਹਦੇ ਅੱਗਿਓਂ ਚਲਿਆ ਗਿਆ। ਇੱਥੇ ਅਰਥ ਸਪਸ਼ਟ ਹੈ, ਗੇਹਜ਼ੀ ਨੇ ਪਰਮੇਸ਼ਵਰ ਦੀ ਅਨਮੋਲ ਦਾਤ ਜੋ ਬੇਸ਼ਕੀਮਤੀ ਹੈ ਉਸ ਦਾ ਮੁੱਲ ਮੰਗਿਆ। ਪਰਮੇਸ਼ਵਰ ਦੇ ਖਾਸ ਚੁਣੇ ਹੋਏ ਲੋਕੋ ਔਰ ਪਰਮੇਸ਼ਵਰ ਦੀ ਸੇਵਾ ਕਰਦੇ ਹੋਏ ਅਜ਼ੀਜ਼ੋ, ਮੈਂ ਇੱਕ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਪਰਮੇਸ਼ਵਰ ਦੇ ਕੋਲੋਂ ਪਰਖ ਵਾਲਾ ਆਤਮਾ ਮੰਗੋ। ਕਦੇ ਵੀ ਪਰਮੇਸ਼ਵਰ ਦੀ ਦਾਤ ਦਾ ਮੁੱਲ ਨਾ ਮੰਗੋ, ਕਿਉਂਕਿ ਦੋਨਾਂ ਆਇਤਾਂ ਦੇ ਵਿੱਚ ਕੂਚ 4:6 ਅਤੇ ਦੂਜਾ ਰਾਜਾ 5:27 ਵਿੱਚ ਕੋੜ ਅਤੇ ਬਰਫ਼ ਦਾ ਨਿਸ਼ਾਨ ਇਹ ਸਪਸ਼ਟ ਕਰਦੇ ਹਨ ਕਿ ਪਰਮੇਸ਼ਵਰ ਦੀ ਦਾਤ ਅਨਮੋਲ ਹੈ ਅਤੇ ਬੇਸ਼ਕੀਮਤੀ ਹੈ। ਸੋ ਰੀਅਲ ਐਕਸ਼ਨ ਸੁਸਾਇਟੀ ਦੀ ਟੀਮ ਮੇਰੇ ਮਜ਼ਬੂਤ ਪਰਿਵਾਰ ਇਰਾਦੇ ਨੂੰ ਪੇਸ਼ ਕਰਨ ਦੇ ਲਈ ਕਿਸੇ ਕੋਲੋਂ ਵੀ ਇਸ ਸੈਮੀਨਾਰ ਦਾ ਮੁੱਲ ਨਹੀਂ ਮੰਗੇਗੀ। ਤੀਸਰਾ ਨਿਸ਼ਾਨ ਕੂਚ 4:9 ਦੇ ਵਿੱਚ ਲਿਖਿਆ ਹੈ, ਪਾਣੀ ਦਾ ਲਹੂ ਬਣਨਾ। ਦਰਸ਼ਨ ਨਾਲ ਸੰਬੰਧਿਤ ਲਹੂ ਦੇ ਦੋ ਅਰਥ ਅਸੀਂ ਦੇਖ ਸਕਦੇ ਹਾਂ। ਪਹਿਲੀ ਚੀਜ਼ ਕੂਚ ਦੇ ਵਿੱਚ 12 ਅਧਿਆਏ ਦੇ ਵਿੱਚ ਹੀ ਲਿਖੀ ਗਈ ਹੈ, ਲਹੂ ਛੁਟਕਾਰੇ ਨੂੰ ਦਰਸਾਉਂਦਾ ਹੈ। ਦੂਸਰੀ ਚੀਜ਼ ਕੂਚ 24 ਦੇ ਵਿੱਚ ਵਾਚਾ ਨੂੰ ਦਰਸਾਉਂਦੀ ਹੈ। ਮੱਤੀ 26:28 ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਇਸ ਨੂੰ ਨਵਾਂ ਨੇਮ ਕਰਕੇ ਬਣਾ ਦਿੱਤਾ, ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਲਈ ਵਹਾਇਆ ਜਾਂਦਾ ਹੈ। ਸੋ ਜਿਵੇਂ ਲਹੂ ਦੇ ਦੁਆਰਾ ਮੂਸਾ ਨੂੰ ਦੋ ਗੱਲਾਂ ਦੱਸੀਆਂ ਗਈਆਂ, ਇਵੇਂ ਅੱਜ ਸਾਡੇ ਲਈ ਵੀ ਜ਼ਰੂਰੀ ਹੈ। ਮੇਰਾ ਮਜ਼ਬੂਤ ਪਰਿਵਾਰ ਕਿਤਾਬ ਮਜ਼ਬੂਤੀ ਤੋਂ ਮੁਕਤੀ ਤੱਕ ਦਾ ਗਿਆਨ ਤੁਹਾਡੇ ਜੀਵਨ ਦੇ ਵਿੱਚ ਪਾਵੇਗੀ। ਸੋ ਪਰਿਵਾਰਾਂ ਦੀ ਮਜ਼ਬੂਤੀ ਕਲੀਸਿਆ ਦੇ ਲਈ ਬੁਲੰਦ ਪਿੱਲਰਾਂ ਦੀ ਤਰ੍ਹਾਂ ਹੋਵੇਗੀ ਅਤੇ ਸਮਾਜ ਦੇ ਵਿੱਚ ਅੱਛੇ ਨਾਗਰਿਕਾਂ ਦੀ ਤਰ੍ਹਾਂ ਹੋਵੇਗੀ। ਇਸ ਲਈ ਅਜ਼ੀਜ਼ੋ ਔਰ ਪ੍ਰਭੂ ਦੇ ਸੇਵਕੋ, ਪਰਿਵਾਰਾਂ ਨੂੰ ਮਜ਼ਬੂਤ ਕਰਨਾ ਵਚਨ ਦੇ ਦੁਆਰਾ ਸ਼ੁਰੂ ਕਰੀਏ। ਅੰਤ ਦੇ ਵਿੱਚ ਮੈਂ ਇਹ 3 ਗੱਲਾਂ ਨੂੰ ਫਿਰ ਦੁਹਰਾਉਂਦਾ ਹਾਂ ਜੋ ਦਰਸ਼ਨ ਦੇ ਵਿੱਚ ਹੁੰਦੀਆਂ ਹਨ। ਅਸਲੀ ਦਰਸ਼ਨ ਦੇ ਵਿੱਚ 3 ਗੱਲਾਂ ਦੇ ਵਿੱਚੋਂ ਪਹਿਲੀ ਗੱਲ, ਸ਼ੈਤਾਨ ਉੱਤੇ ਮਿਲੇ ਅਧਿਕਾਰ ਦੀ ਵਰਤੋਂ ਕਰਨਾ। ਨੰਬਰ 2, ਪਰਮੇਸ਼ਵਰ ਦੀ ਦਾਤ ਨੂੰ ਬੇਸ਼ਕੀਮਤੀ ਸਮਝਣਾ। ਨੰਬਰ 3, ਵਾਚਾ ਤਾਲੀਮ ਦੇ ਆਧਾਰਿਤ ਹੋਣੀ ਜ਼ਰੂਰੀ ਹੈ। ਅੱਜ ਆਓ ਅਜ਼ੀਜ਼ੋ
ਇਹਨਾਂ ਤਿੰਨਾਂ ਗੱਲਾਂ ਨੂੰ ਆਪਣੀ ਸੇਵਕਾਈ ਦੇ ਵਿੱਚ ਔਰ ਆਪਣੇ ਘਰਾਂ ਦੇ ਵਿੱਚ ਲਾਗੂ ਕਰੀਏ ਤਾਂ ਕਿ ਪਰਮੇਸ਼ਵਰ ਦਾ ਦਿੱਤਾ ਹੋਇਆ ਦਰਸ਼ਨ ਸਾਡੀਆਂ ਜੀਵਨਾਂ ਨੂੰ ਬਹਾਲ ਕਰੇ ਔਰ ਸਾਨੂੰ ਉੱਤਮ ਤੋਂ ਉੱਤਮ ਪਦਾਰਥਾਂ ਦਾ ਭਾਗੀਦਾਰ ਬਣਾਵੇ। ਅਜ਼ੀਜ਼ੋ, ਮੂਸਾ ਦਾ ਦਰਸ਼ਨ ਸਪਸ਼ਟ ਕਰਦਾ ਹੈ ਕਿ ਇਜ਼ਰਾਈਲੀ ਲੋਕਾਂ ਨੂੰ ਕਨਾਨ ਦੇਸ਼ ਮਿਲਣ ਵਾਲਾ ਹੈ ਔਰ ਉਹ ਮਿਲ ਗਿਆ। ਔਰ ਰੀਅਲ ਐਕਸ਼ਨ ਸੁਸਾਇਟੀ ਦਾ ਦਰਸ਼ਨ ਜੋ ਮੇਰਾ ਮਜ਼ਬੂਤ ਪਰਿਵਾਰ ਕਿਤਾਬ ਹੈ ਉਸ ਵਿੱਚ ਸਪਸ਼ਟ ਹੈ ਕਿ ਤੁਸੀਂ ਆਪਣੇ ਪੂਰੇ ਪਰਿਵਾਰ ਨੂੰ ਸਵਰਗੀ ਰਾਜ ਵਿੱਚ ਵੇਖੋਗੇ ਔਰ ਤੁਸੀਂ ਉਹਨਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਜਾਓਗੇ ਅਤੇ ਹਕੀਕਤ ਦੇ ਵਿੱਚ ਇਹ ਦਰਸ਼ਨ ਤੁਹਾਨੂੰ ਸਵਰਗੀ ਰਾਜ ਦੇ ਵਿੱਚ ਪਹੁੰਚਾਵੇਗਾ। ਮੇਰੇ ਵੱਲੋਂ ਅਤੇ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਸਭ ਨੂੰ ਜੈ ਮਸੀਹ ਦੀ। ਪਰਮੇਸ਼ਵਰ ਤੁਹਾਨੂੰ ਵਧਾਵੇ। ਆਮੀਨ।